ऊच अपार बेअंत स्वामी कौन जाने। गावते उदरे सुनते दिन से पाप पशु प्रेत पाहन पार उतारे। नानक नानक दास तेरी सदा सदा। धन धन सतगुरु चवर छतर तख्त ਸਿੰਘਾਸਣ ਦੇ ਮਾਲਕ ਗੁਰਤਾ ਗੱਦੀ ਤੇ ਸੋਭਨੀਕ ਬਿਰਾਜਮਾਨ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਜੀਓ ਕੇ ਮਾਲਕ। ਸ਼ਹਿਨशाह ਪਿਤਾ ਸ਼ਬਦ ਬ੍ਰਹਮ ਸਤਿਗੁਰੂ ਸ੍ਰਿਸ਼ਟੀ ਦੇ ਰਚਨਾਇਕ। ਧੰਨ ਧੰਨ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਕਿਰਪਾ ਦੇ ਸਦਕਾ ਆਪ ਸਰਬੱਤ ਸੰਗਤਾਂ ਨੂੰ ਸਤਿਗੁਰੂ ਜੀਆਂ ਨੇ ਉਦਮ ਬਖਸ਼ਿਸ਼ ਕੀਤੇ ਹਨ। ਉਪਰੰਤ ਅੰਮ੍ਰਿਤ ਵੇਲਾ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਇਆ ਹੈ ਔਰ ਅੰਮ੍ਰਿਤ ਵੇਲੇ ਸਤਿਗੁਰੂ ਜੀਆਂ ਦੇ ਦਰਸ਼ਨ ਦੀਦਾਰ ਆਪਾਂ ਸਰਬੱਤ ਸੰਗਤ ਕਰ ਰਹੇ ਹਾਂ। ਵੱਡ ਭਾਗੇ ਨੇ ਉਹ ਜੀਵ ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨ ਹੋਣ, ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਵਾਸਤੇ ਤਾਂਘ ਹੋਵੇ, ਪ੍ਰੇਮ ਹੋਵੇ। ਉਹੀ ਸਤਿਗੁਰੂ ਜੀਆਂ ਦੇ ਪਾਸ ਆਣ ਕਰਕੇ ਲਾਹਾ ਪ੍ਰਾਪਤ ਕਰਿਆ ਕਰਦੇ ਨੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਅੰਦਰ ਬੜਾ ਸੋਹਣਾ ਬਚਨ ਕਰਦੇ, ਕਹਿੰਦੇ ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨੀ ਜਾਨਾ ਜਿਹੜੇ ਰਾਤ ਦੇ ਪਿਛਲੇ ਪਹਿਰ ਭਾਵ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਘਰ ਦੇ ਵਿੱਚ ਆਉਂਦੇ ਨੇ, ਇਸ਼ਨਾਨ ਪਾਨ ਕਰਦੇ ਨੇ ਔਰ ਗੁਰਬਾਣੀ ਪੜ੍ਹਦੇ ਤੇ ਸੁਣਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਰਾਤੀ ਉੱਠ ਬਹਾਉਂਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਾਉਂਦੇ। ਜਿਹੜੇ ਗੁਰਬਾਣੀ ਨਾਲ ਦੀ ਨਾਲ ਗਾਇਨ ਕਰਦੇ ਔਰ ਨਾਲ ਦੀ ਨਾਲ ਸੁਣਦੇ ਨੇ, ਵੱਡ ਭਾਗੇ ਹੋ। ਨਿਤਨੇਮ ਦੀਆਂ ਦਾਤਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈਆਂ ਨੇ। ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀਆਂ ਦੇ ਜਾਪ ਬੜੇ ਪ੍ਰੇਮ ਦੇ ਨਾਲ ਸੰਗਤੀ ਰੂਪ ਦੇ ਵਿੱਚ ਬੈਠ ਕਰਕੇ ਗਾਇਨ ਸਰਵਣ ਕੀਤੇ ਨੇ। ਉਪਰੰਤ ਸਤਿਗੁਰੂ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਦੇ ਕਰਕੇ ਪਾਵਨ ਸ੍ਰੀ ਮੁਖ ਵਾਕ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਹੇ ਗੁਰਸਿੱਖੋ, ਹੇ ਪਿਆਰੀ ਸੰਗਤ, ਇਹ ਜਿਹੜਾ ਉਪਦੇਸ਼ ਹੈ ਨਾ, ਆਪਣੇ ਹਿਰਦੇ ਦੇ ਅੰਦਰ ਵਸਾ ਕਰਕੇ ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਯਾਦ ਰੱਖਣਾ ਹੈ। ਆਓ ਕੁਝ ਸਮੇਂ ਦੇ ਵਾਸਤੇ ਜੋ ਸਤਿਗੁਰੂ ਜੀਆਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਰਲ ਮਿਲ ਕਰਕੇ ਸਾਂਝਾ ਕਰੀਏ। ਸਤਿਗੁਰੂ ਜੀ ਆਪਣੀ ਵਡਿਆਈ ਸੋਭਾ ਆਪ ਕਰਵਾ ਲੈਣ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤਾਂ ਹਾਜ਼ਰੀ ਲਗਵਾਵੋ ਔਰ ਬੜੇ ਪ੍ਰੇਮ ਸਹਿਤ ਉਚਾਰਨ ਕਰੋ ਜੀ ਸਤਨਾਮ। ਫੇਰ ਕਰੋ ਜੀ ਉਚਾਰਨ ਸਤਨਾਮ ਸ੍ਰੀ। ਸੋਰਠ ਮਹੱਲਾ ਤੀਜਾ। ਦੋ ਤੁਕੀ। ਸੋਰਠ ਰਾਗ ਹੈ
ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਤੀਜੀ ਜੋਤ ਨਿਮਰਤਾ ਦੀ ਪੁੰਜ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸ਼ਬਦ। ਦੋ ਤੁਕਾਂ ਭਾਵ ਦੋ ਬੰਦਾਂ ਦੇ ਅੰਦਰ ਸਤਿਗੁਰੂ ਜੀਆਂ ਨੇ ਹਰ ਇੱਕ ਬੰਦ ਦੇ ਅੰਦਰ ਦੋ ਪੰਕਤੀਆਂ ਉਚਾਰਨ ਕੀਤੀਆਂ ਨੇ। ਇਸ ਸ਼ਬਦ ਦੇ 7 ਬੰਦ ਨੇ ਔਰ 7 ਬੰਦਾਂ ਦੇ ਅੰਦਰ ਦੋ ਪੰਕਤੀਆਂ ਸਤਿਗੁਰੂ ਜੀਆਂ ਨੇ ਉਚਾਰਨ ਕੀਤੀਆਂ। ਇਹ ਪਾਵਨ ਪਵਿੱਤਰ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਅੰਗ 638 ਔਰ 39 ਤੇ ਸੁਭਾਏਮਾਨ ਹੈ। ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਦੁਆਰਾ ਸਾਨੂੰ ਜੀਵਾਂ ਨੂੰ ਗੁਰੂ ਕੀ ਸੰਗਤ ਦੀ ਮਹਾਨਤਾ, ਗੁਰੂ ਦੇ ਨਾਲ ਪ੍ਰੇਮ ਇਹ ਸਮਝਾਉਣਾ ਕਰ ਰਹੇ ਨੇ ਕਿ ਭਲੇ ਜੀਵ, ਜੇ ਤੂੰ ਗੁਰੂ ਕੀ ਸੰਗਤ ਦੇ ਵਿੱਚ ਆਵੇਂਗਾ ਨਾ ਤੇ ਤੇਰਾ ਪ੍ਰਮਾਤਮਾ ਦੇ ਨਾਲ ਪ੍ਰੇਮ ਪਵੇਗਾ। ਤੂੰ ਜਿੰਨੇ ਅਪਰਾਧ ਕੀਤੇ ਨੇ, ਜਿੰਨੇ ਪਾਪ ਕੀਤੇ, ਜਿੰਨੇ ਕੁਕਰਮ ਕੀਤੇ ਨੇ ਨਾ, ਤੇ ਗੁਰੂ ਕੀ ਸੰਗਤ ਦੇ ਵਿੱਚ ਆਣ ਕੇ ਤੇ ਉਹ ਸਾਰੇ ਬਖਸ਼ੇ ਜਾਣਗੇ। ਤੇ ਫਿਰ ਤੇਰੇ ਉੱਪਰ ਏਡੀ ਵੱਡੀ ਕਿਰਪਾ ਹੋਵੇਗੀ ਕਿ ਪੂਰਾ ਗੁਰੂ ਸਮਰੱਥ ਗੁਰੂ ਤੈਨੂੰ ਭਵਜਲ ਤੋਂ ਪਾਰ ਲੰਘਾ ਲਵੇਗਾ। ਸਤਿਗੁਰੂ ਜੀ ਆਰੰਭਤਾ ਕਰ ਰਹੇ ਨੇ, ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਜਿਹੜੇ ਜੀਵ ਨਿਗੁਣੇ ਨੇ ਨਾ, ਭਾਵ ਗੁਣਾ ਤੋਂ ਰਹਿਤ ਨੇ, ਜਿਨ੍ਹਾਂ ਦੇ ਕੋਲ ਕੋਈ ਵੀ ਗੁਣ ਨਹੀਂ, ਉਹਨਾਂ ਨੇ ਗੁਣਿਆਂ ਨੂੰ ਉਹ ਪਰਮਾਤਮਾ ਵਾਹਿਗੁਰੂ ਬਖਸ਼ ਲੈਂਦਾ ਹੈ। ਤੇ ਬਖਸ਼ਦਾ ਕਿਵੇਂ ਹੈ? ਸਤਿਗੁਰ ਕੀ ਸੇਵਾ ਲਾਏ। ਗੁਰੂ ਆਪ ਆਪਣੀ ਸੇਵਾ ਦੇ ਅੰਦਰ ਲਾ ਕਰਕੇ, ਆਪਣੀ ਸੇਵਾ ਕਰਵਾ ਕਰਕੇ ਨਾ ਉਹਨਾਂ ਜੀਵਾਂ ਨੂੰ ਬਖਸ਼ ਲੈਂਦਾ ਹੈ। ਜਿਹੜੇ ਬਿਲਕੁਲ ਹੀ ਖਾਲੀ ਨੇ ਉਹਨਾਂ ਨੂੰ ਗੁਣਾਂ ਦੇ ਨਾਲ ਭਰਪੂਰ ਵੀ ਕਰ ਦਿੰਦਾ ਹੈ। ਤੇ ਬਖਸ਼ੇ ਸਤਿਗੁਰੂ ਕਹਿੰਦੇ ਉਦੋਂ ਹੀ ਜਾਣਗੇ ਜਦੋਂ ਸਤਿਗੁਰ ਕੀ ਸੇਵਾ ਲਾਏ, ਗੁਰੂ ਦੀ ਸੇਵਾ ਦੇ ਵਿੱਚ ਲੱਗਣਗੇ ਤੇ ਉਹ ਸਤਿਗੁਰੂ ਆਪ ਨਦਰ ਕਰਕੇ ਆਪਣੀ ਸੇਵਾ ਕਰਵਾਵੇਗਾ। ਕਿਉਂਕਿ ਉਹੀ ਸਿੱਖ ਜਿਹੜਾ ਹੈ, ਕਿਉਂਕਿ ਸੇਵਕ ਸੇਵ ਕਰੇ ਸਭ ਤੇਰੀ, ਜਿਨ ਸਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚ ਹੋ ਆਪ ਗਵਾਇਆ। ਸੇਵਕ ਵੀ ਉਹੀ ਸੇਵ ਕਰ ਸਕਦਾ ਹੈ, ਸੇਵਾ ਕਰ ਸਕਦਾ ਹੈ ਜਿਹਨੂੰ ਗੁਰੂ ਦੇ ਸ਼ਬਦ ਦੇ ਵਿੱਚੋਂ ਰਸ ਪ੍ਰਾਪਤ ਹੋਇਆ। ਸੇਵਕ ਸੇਵ ਕਰੇ ਸਭ ਤੇਰੀ, ਜਿਨ ਸਬਦੈ ਸਾਧ ਆਇਆ। ਫਿਰ ਕੀ ਹੈ? ਆਪਾਂ ਭਾਵ ਦੂਰ ਕਰਕੇ, ਹਉਮੈ ਨੂੰ ਗਵਾ ਕਰਕੇ ਉਸ ਪਰਮਾਤਮਾ ਦੀ ਸੇਵਾ ਕਰਦਾ ਤੇ ਉਹ ਬਖਸ਼ਿਆ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ, ਸਤਿਗੁਰ ਕੀ ਸੇਵਾ ਊਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਸੇਵਾਵਾਂ ਹੋਰ ਵੀ ਬਹੁਤ ਨੇ, ਪਰ ਗੁਰੂ ਦੀ ਸ਼ਰਨ ਸੇਵਾ ਜਿਹੜੀ ਇਹ ਬੜੀ ਸ੍ਰੇਸ਼ਟ ਹੈ। ਕਿਉਂਕਿ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦਾ ਹੈ ਨਾ, ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਮਨ ਜਿਹੜਾ ਗੁਰੂ ਦੇ ਚਰਨਾਂ ਪਾਸ ਚਲਿਆ ਜਾਂਦਾ ਹੈ। ਇਸ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ। ਕਿਉਂਕਿ ਬਹੁਤ ਪ੍ਰਕਾਰ ਦੀਆਂ ਸੇਵਾ ਨੇ ਨਾ, ਤਨ ਨੂੰ ਅਰੋਗ ਕਰਨ ਦੇ ਵਾਸਤੇ, ਵਿਕਾਰਾਂ ਨੂੰ ਹਟਾਉਣ ਦੇ ਵਾਸਤੇ। ਤੇ ਇਸ ਸੰਸਾਰ ਦੇ ਅੰਦਰ ਗੁਰੂ ਦੀ ਸੇਵਾ ਕਰਨ ਦੇ ਵਾਸਤੇ ਇੱਕ ਉੱਤਮ ਸੇਵਾ ਸਤਿਗੁਰੂ ਕਹਿੰਦੇ, ਤੂੰ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ, ਰਾਮ ਦੇ ਨਾਲ ਚਿੱਤ ਲਾ, ਸੁਰਤ ਜੋੜ। ਸਭ ਤੋਂ ਵੱਡੀ ਇਹ ਸੇਵਾ ਹੈ। ਰਾਮ ਨਾਮ ਚਿੱਤ ਲਾਏ ਕਿ ਤੂੰ ਪਰਮਾਤਮਾ ਦੇ ਨਾਲ ਆਪਣੀ ਸੁਰਤ ਜੋੜੀ ਹੈ ਨਾ, ਇਹੀ ਤੇਰੀ ਬਹੁਤ ਵੱਡੀ ਸੇਵਾ ਹੈ। ਸਤਿਗੁਰੂ ਕਹਿੰਦੇ, ਹਰ ਜੀਉ ਆਪੇ ਬਖਸ਼ ਮਿਲਾਏ। ਫਿਰ ਉਹ ਪਰਮਾਤਮਾ ਕੀ ਕਰਦਾ? ਤੈਨੂੰ ਬਖਸ਼ ਲਵੇਗਾ। ਆਪੇ ਤੇਰੇ ਉੱਪਰ ਰਹਿਮਤ ਕਰਕੇ ਤੈਨੂੰ ਬਖਸ਼ ਲਵੇਗਾ। ਤੇ ਗੁਣਹੀਣ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਲਾਏ। ਅਸੀਂ ਗੁਣਾਂ ਤੋਂ ਸਖਣੇ ਅਪਰਾਧੀ ਹਾਂ। ਫਿਰ ਸਤਿਗੁਰੂ ਜੀਆਂ ਨੇ ਗੱਲ ਨੂੰ ਦੁਹਰਾਇਆ ਹੈ ਕਿ ਅਸੀਂ ਜੀਵ ਜਿਹੜੇ ਆ ਨਾ, ਗੁਣਾਂ ਤੋਂ ਹੀਣੇ ਆ ਔਰ ਅਪਰਾਧੀ। ਅਪਰਾਧੀ ਤੋਂ ਭਾਵ ਦਿਨ ਰਾਤ ਪਾਪ ਕਰਨ ਵਾਲੇ, ਅਪਰਾਧਾਂ ਦੇ ਨਾਲ ਭਰੇ ਹੋਏ, ਪਰ ਪੂਰੇ ਸਤਿਗੁਰ ਲਏ ਲਾਏ। ਜਿਹੜਾ ਪੂਰਾ ਗੁਰੂ ਹੈ, ਤੁਹਾਡੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਜਦੋਂ ਸੇਵਾ ਦੇ ਵਿੱਚ ਮਨ ਪਤੀਜਦਾ ਹੈ ਨਾ, ਤੇ ਉਹ ਸਤਿਗੁਰ ਲਏ ਲਾਏ ਆਪਣੀ ਗਲਵਕੜੀ ਦੇ ਵਿੱਚ ਲੈ ਲੈਂਦਾ ਹੈ। ਜਿਵੇਂ ਸਾਧ ਸੰਗਤ ਜੀ, ਇੱਕ ਪਿਤਾ ਦਾ ਪੁੱਤਰ ਜਿਹੜਾ ਬਹੁਤ ਔਗਣ ਕਰੇ, ਅਪਰਾਧ ਕਰੇ, ਗਲਤੀਆਂ ਕਰੇ, ਤੇ ਉਹ ਪਿਤਾ ਕੋਲੋਂ ਜਾ ਕਰਕੇ ਫਿਰ ਮੁਆਫੀ ਮੰਗਦਾ ਹੈ ਨਾ,
ਤੇ ਪਿਤਾ ਉਹਨੂੰ ਫੇਰ ਆਪਣੀ ਗਲਵੱਕੜੀ ਦੇ ਵਿੱਚ ਲੈ ਲੈਂਦਾ ਹੈ। ਇਸੇ ਤਰ੍ਹਾਂ ਗੁਰੂ ਪਰਮੇਸ਼ਵਰ ਸਾਡਾ ਪਿਤਾ ਹੈ ਤੇ ਅਸੀਂ ਉਹਦੇ ਬਾਲਕ ਹਾਂ। ਤੇ ਜੇਕਰ ਜਾ ਕਰ ਕੇ ਆਪਣੇ ਅਪਰਾਧਾਂ ਦੀ ਮੁਆਫੀ ਮੰਗੀ ਜਾਵੇ ਤੇ ਸਤਿਗੁਰੂ ਜੀ ਆਪਣੀ ਗਲਵੱਕੜੀ ਦੇ ਵਿੱਚ ਲੈ ਲੈਂਦੇ। ਜਿਵੇਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ, ਬਹੁ ਭਾਤੀ ਬਹੁੜ ਪਿਤਾ ਗਲ ਲਾਵੇ। ਪਿਛਲੇ ਅਵਗੁਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ, ਪਿਛਲੇ ਅਵਗੁਣ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਦੇਖੋ ਦੋ ਗੱਲਾਂ ਨੇ ਨਾ ਇੱਥੇ, ਉਹ ਅਵਗੁਣਾਂ ਨੂੰ ਬਖਸ਼ ਕਰਕੇ ਗੁਰੂ ਦੀ ਸੰਗਤ ਨਾਲ ਵੀ ਜੋੜ ਲੈਂਦਾ ਹੈ ਤੇ ਆਪਣੀ ਗਲਵੱਕੜੀ ਦੇ ਵਿੱਚ ਵੀ ਲੈ ਲੈਂਦਾ ਹੈ। ਠਹਿਰਾਓ ਦੇ ਕਰਕੇ ਮਹਾਰਾਜ ਕਿਰਪਾ ਕਰਦੇ, ਕੌਣ ਕੌਣ ਅਪਰਾਧੀ ਬਖਸ਼ਿਆਨ ਪਿਆਰੇ, ਸਾਚੈ ਸ਼ਬਦ ਵਿਚਾਰ। ਹੁਣ ਕਿਹੜੇ ਕਿਹੜੇ ਅਪਰਾਧੀ ਜਿਹੜੇ ਨੇ ਇਸ ਗੁਰੂ ਦੀ ਸ਼ਰਨ ਦੇ ਵਿੱਚ ਬਖਸ਼ੇ ਜਾਂਦੇ ਨੇ, ਉਹ ਕਿਹੜੇ ਨੇ ਜਿਨ੍ਹਾਂ ਦੇ ਅਪਰਾਧ ਜਿਹੜੇ ਨੇ ਇਸ ਸੰਗਤ ਦੇ ਵਿੱਚ ਆਣ ਕਰਕੇ ਕੱਟੇ ਜਾਂਦੇ ਨੇ। ਸੱਚੇ ਸ਼ਬਦ ਵਿਚਾਰ, ਸੱਚੇ ਸ਼ਬਦਾਂ ਦੀ ਰਾਹੀਂ, ਵਿਚਾਰ ਦੀ ਰਾਹੀਂ ਜਿਹਨੇ ਪ੍ਰਮਾਤਮਾ ਨੂੰ ਸਲਾਹਿਆ, ਜਿਹਨੇ ਪ੍ਰਮਾਤਮਾ ਦੀ ਵਡਿਆਈ ਕੀਤੀ ਹੈ, ਉਹਦੇ ਜਿਹੜੇ ਅਪਰਾਧ ਸਤਿਗੁਰ ਕਹਿੰਦੇ ਬਖਸ਼ੇ ਜਾਂਦੇ ਨੇ। ਤੇ ਸਾਨੂੰ ਤੇ ਇਹ ਹੁਕਮ ਹੈ ਕਿ ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਜਿੰਨਾ ਤੱਕ ਸੰਸਾਰ ਦੇ ਵਿੱਚ ਚੱਲਦੇ ਫਿਰਦੇ ਆ, ਜਿੰਨਾ ਤੱਕ ਸਵਾਸ ਹੈ ਨਾ, ਉਹਨਾਂ ਤੱਕ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਹੈ। ਗਾ ਨਹੀਂ ਸਕਦੇ, ਪਰ ਕੋਸ਼ਿਸ਼ ਕਰਨੀ ਹੈ ਕਿ ਪ੍ਰਮਾਤਮਾ ਦੀ ਵਡਿਆਈ ਸਿਫਤ ਜਿਹੜੀ ਹੈ ਦਿਨ ਰਾਤ ਕੀਤੀ ਜਾਵੇ, ਉਹਨੂੰ ਦਦਾਈ ਸੁਲਾਇਆ ਜਾਵੇ। ਤੇ ਸਤਿਗੁਰੂ ਕਹਿੰਦੇ ਸਲਾਉਣ ਦੇ ਨਾਲ ਕੀ ਹੋਵੇਗਾ ਕਿ ਤੇਰੇ ਅੰਦਰ ਜਿੰਨੇ ਵਿਕਾਰ ਨੇ ਨਾ, ਉਹ ਸਾਰੇ ਖਤਮ ਹੋ ਜਾਣਗੇ ਤੇ ਤੂੰ ਬਖਸ਼ਿਆ ਜਾਵੇਗਾ। ਫਿਰ ਅੱਗੇ ਮਹਾਰਾਜ ਕਿਰਪਾ ਕਰਕੇ ਹੋਰ ਬਖਸ਼ਿਸ਼ ਕਰਦੇ, ਭਉਜਲ ਪਾਰ ਉਤਾਰਿਆਨ ਭਾਈ, ਸਤਿਗੁਰ ਬੇੜਾ ਚਾੜ। ਸ਼ਬਦ ਰੂਪੀ ਜਿਹੜਾ ਜਹਾਜ਼ ਹੈ ਨਾ, ਇਹ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਲੰਘਾ ਦਿੰਦਾ ਹੈ ਤੇ ਲੰਘਾ ਵੀ ਰਿਹਾ ਹੈ। ਜਿਹੜੇ ਜੀਵ ਪ੍ਰਮਾਤਮਾ ਦੇ ਨਾਲ ਜੁੜੇ ਨੇ ਤੇ ਲੰਘਾਇਆ ਵੀ ਹੈ, ਲੰਘਾਵੇਗਾ ਵੀ। ਪਰ ਜੇਕਰ ਜਿਹੜੇ ਜੀਵ ਤਨ ਮਨ ਧਨ ਕਰਕੇ ਉਸ ਪ੍ਰਮਾਤਮਾ ਦੇ ਨਾਲ ਜੁੜਨਗੇ, ਸਤਿਗੁਰ ਬੇੜਾ ਚਾੜ। ਇਹ ਬੇੜਾ ਐਸਾ ਹੈ ਜਿਹੜਾ ਕਦੇ ਵਾਸਤੇ ਡੁੱਬਦਾ ਨਹੀਂ। ਤੇ ਜੇਕਰ ਕਿਸੇ ਹੋਰ ਦੇ ਬੇੜੇ ਦਾ ਸਹਾਰਾ ਲੈ ਲਈਏ, ਉਹ ਵਿਕਾਰਾਂ ਦੇ ਨਾਲ ਪਹਿਲਾਂ ਹੀ ਡੁੱਬਾ ਹੁੰਦਾ, ਸਾਨੂੰ ਕਿਵੇਂ ਪਾਰ ਲੰਘਾ ਦੇਵੇਗਾ। ਅੱਗੇ ਮਹਾਰਾਜ ਕਿਰਪਾ ਕਰਦੇ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਮਨੂਰੈ ਤੇ ਕੰਚਨ ਭਏ ਭਾਈ, ਗੁਰ ਪਾਰਸ ਮੇਲ ਮਿਲਾਏ। ਮਨੂਰ ਸਾਧ ਸੰਗਤ ਜੀ ਜਿਹੜਾ ਲੋਹਾ ਜੰਗਾਲਿਆ ਹੋਵੇ, ਜਿਹਨੂੰ ਬਹੁਤ ਜ਼ਿਆਦਾ ਜੰਗ ਲੱਗਾ ਹੋਵੇ ਨਾ, ਉਹ ਲੋਹਾ ਕਿਸੇ ਕੰਮ ਨਹੀਂ ਆਉਂਦਾ। ਪਰ ਅਸੀਂ ਜੀਵ ਉਸ ਲੋਹੇ ਦੀ ਤਰ੍ਹਾਂ ਹੈ। ਪਰ ਜੇਕਰ ਗੁਰੂ ਦੇ ਪਾਸ ਜੁੜ ਜਾਈਏ, ਗੁਰੂ ਚਰਨਾਂ ਪਾਸ ਲੱਗ ਜਾਈਏ ਨਾ, ਤੇ ਕੰਚਨ ਸੋਨੇ ਦੀ ਵਾਂਗ ਹੋ ਜਾਵਾਂਗੇ। ਮਨੂਰੇ ਤੇ ਕੰਚਨ ਭਏ ਭਾਈ, ਗੁਰ ਪਾਰਸ ਮੇਲ ਮਿਲਾਏ। ਤੇ ਸਾਨੂੰ ਜਿਹੜਾ ਪਾਰਸ ਗੁਰੂ ਹੈ ਨਾ, ਉਹ ਮੇਲ ਲਵੇਗਾ, ਆਪਣੇ ਚਰਨਾਂ ਦੇ ਨਾਲ ਜੋੜ ਲਵੇਗਾ। ਤੇ ਜੇਕਰ ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਣ ਇਸ ਗੁਰੂ ਦੇ ਦਰ ਦੇ ਉੱਪਰ ਆਣ ਕਰਕੇ, ਸਾਨੂੰ ਹੋਰ ਕੀ ਚਾਹੀਦਾ। ਤੇ ਹੈ ਵੀ ਇਹ ਸੱਚ ਕਿ ਅਸੀਂ ਸੜੇ ਹੋਏ ਲੋਹੇ ਹਾਂ ਜੇਕਰ ਸਾਡੇ ਪਾਸ ਸੱਚਾ ਗੁਰੂ ਨਹੀਂ। ਤੇ ਜੇ ਸੱਚਾ ਗੁਰੂ ਹੈ ਤੇ ਅਸੀਂ ਵੀ ਕੰਚਨ ਸੋਨੇ ਦੀ ਵਾਂਗ ਆ, ਪਾਰਸ ਦੀ ਵਾਂਗ ਆ। ਸਤਿਗੁਰੂ ਕਹਿੰਦੇ, ਆਪ ਛੋੜ ਨਾਉ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ। ਜਿਨ੍ਹਾਂ ਨੇ ਆਪਣਾ ਆਪ ਗਵਾ ਕਰਕੇ, ਹਉਮੈ ਨੂੰ ਦੂਰ ਕਰਕੇ, ਅਹੰਕਾਰ ਨੂੰ ਛੱਡ ਕਰਕੇ ਗੁਰੂ ਦੀ ਸੁਰਤ ਦੇ ਵਿੱਚ ਜੋੜਿਆ ਹੈ ਨਾ ਆਪਣੇ ਮਨ ਨੂੰ, ਤੇ ਪਰਮਾਤਮਾ ਦੀ ਜੋਤ ਦੇ ਵਿੱਚ ਉਹ ਮਿਲ ਗਏ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਆਣ ਕਰਕੇ ਨਾਮ ਵਸਿਆ ਹੈ। ਸਤਿਗੁਰੂ ਕਿਰਪਾ ਕਰਦੇ ਕਿ ਜਿਨ੍ਹਾਂ ਦੇ ਕੋਲ ਨਾਮ ਹੈ ਉਹ ਪਰਮਾਤਮਾ ਵਰਗੇ ਹੋ ਜਾਂਦੇ ਨੇ। ਜਿਨ੍ਹਾਂ ਦੇ ਕੋਲ ਪਰਮਾਤਮਾ ਵਾਸਤੇ ਪ੍ਰੇਮ ਹੈ, ਉਹ ਪਰਮਾਤਮਾ ਵਰਗੇ ਹੋ ਜਾਂਦੇ ਨੇ। ਕਿਵੇਂ? ਜੋ ਗੁਣ ਪਿਤਾ ਦੇ ਨੇ ਨਾ, ਉਹੀ ਗੁਣ ਆਪਣੇ ਪੁੱਤਰ ਦੇ ਵਿੱਚ ਟਿਕ ਜਾਂਦੇ ਨੇ। ਫਿਰ ਸਤਿਗੁਰੂ ਕਹਿੰਦੇ, ਹਉ ਵਾਰੀ ਹਉ ਵਾਰਣੈ ਭਾਈ, ਸਤਿਗੁਰ ਕਉ ਸਦ ਬਲਹਾਰੈ ਜਾਓ। ਸਤਿਗੁਰ ਕਹਿੰਦੇ, ਮੈਂ ਕੁਰਬਾਨ ਜਾਂਦਾ, ਮੈਂ ਵਾਰੀ ਜਾਂਦਾ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ। ਸਤਿਗੁਰ ਕਉ ਸਦ ਬਲਹਾਰੇ ਜਾਓ। ਉਸ ਪ੍ਰਮਾਤਮਾ ਤੋਂ ਸਾਨੂੰ ਬਲਹਾਰੇ ਜਾਣਾ ਚਾਹੀਦਾ ਹੈ
क्यों? क्योंकि नाम निधान जिन दिता भाई गुरमत सहज समाओ। उस परमात्मा ने सानू नाम दा निधान भाव खजाना बख्शिया। गुरमत सहज समाओ ते ओ परमात्मा ओ जीव जिहड़ा जिन्हों गुरु दा नाम रूपी खजाना मिल जाता है ना, ਉਹ ਫਿਰ ਗੁਰੂ ਦੀ ਮੱਤ ਲੈ ਕੇ ਤੇ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ। ਭਾਵ ਉਹਦੀ ਆਤਮਿਕ ਅਵਸਥਾ ਜਿਹੜੀ ਹੈ, ਉਹਦੀ ਸੁਰਤੀ ਬਿਰਤੀ ਜਿਹੜੀ ਹੈ ਉਹ ਉੱਚੀ ਹੋ ਜਾਂਦੀ ਹੈ ਤੇ ਹੋਵੇਗੀ ਗੁਰੂ ਦੇ ਨਾਲ ਜੁੜ ਕੇ। ਫਿਰ ਅੱਗੇ ਮਹਾਰਾਜ ਕਹਿੰਦੇ ਗੁਰ ਬਿਨ ਸਹਿਜ ਨ ਉਪਜੈ ਭਾਈ ਪੁਛੋ ਗਿਆਨੀਆਂ ਜਾਏ। ਗੁਰੂ ਤੋਂ ਬਿਨਾ ਕੁਝ ਵੀ ਅਸੰਭਵ ਨਹੀਂ। ਗੁਰੂ ਤੋਂ ਬਿਨਾ ਇੱਕ ਸਹਿਜ ਹੀ ਨਹੀਂ ਆ ਸਕਦਾ। ਪੂਰੇ ਗੁਰੂ ਤੋਂ ਬਿਨਾ ਆਤਮਿਕ ਅਵਸਥਾ ਜਿਹੜੀ ਹੈ ਉਹ ਉੱਚੀ ਤੇ ਉੱਠ ਨਹੀਂ ਸਕਦੀ, ਪਰ ਸਹਿਜ ਵੀ ਨਹੀਂ ਆ ਸਕਦਾ। ਜਿਹਨੂੰ ਆਪਾਂ ਸੰਤੋਖ ਕਹਿ ਲਈਏ, ਧੀਰਜ ਕਹਿ ਲਈਏ, ਉਹ ਆ ਹੀ ਨਹੀਂ ਸਕਦਾ ਪੂਰੇ ਗੁਰੂ ਤੋਂ ਬਿਨਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰ ਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ। ਜਿਹੜੇ ਵੱਡੇ ਵੱਡੇ ਸੂਝਵਾਨ ਗਿਆਨੀ ਵਿਦਵਾਨ ਨੇ ਨਾ, ਭਾਵੇਂ ਉਹਨਾਂ ਨੂੰ ਜਾ ਕਰਕੇ ਪੁੱਛ ਲਓ ਕਿ ਸੱਚੇ ਗੁਰੂ ਤੋਂ ਬਿਨਾ, ਪੂਰੇ ਗੁਰੂ ਤੋਂ ਬਿਨਾ, ਸਮਰੱਥ ਗੁਰੂ ਤੋਂ ਬਿਨਾ ਸਹਿਜ ਆ ਸਕਦਾ ਹੈ ਜ਼ਿੰਦਗੀ ਦੇ ਅੰਦਰ, ਅਵਸਥਾ ਦੇ ਅੰਦਰ? ਨਹੀਂ। ਸਤਿਗੁਰੂ ਕਹਿੰਦੇ ਪ੍ਰਮਾਤਮਾ ਜਿਹੜਾ ਪੂਰਾ ਹੈ, ਜਿਹਦਾ ਪੂਰਾ ਉਪਦੇਸ਼ ਹੈ ਨਾ, ਉਹਦੇ ਉਪਦੇਸ਼ ਦੇ ਨਾਲ ਚੱਲ ਕਰਕੇ ਹੀ ਸਹਿਜ ਜੀ ਅਵਸਥਾ ਜਿਹੜੀ ਹੈ ਨਾ ਉਹ ਪ੍ਰਾਪਤ ਹੋ ਸਕਦੀ ਹੈ। ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚ ਹੋ ਆਪ ਗਵਾਏ। ਸਾਧ ਸੰਗਤ ਜੀ, ਪ੍ਰਮਾਤਮਾ ਨੂੰ ਅਹੰਕਾਰ ਬਿਲਕੁਲ ਨਹੀਂ ਪਾਉਂਦਾ। ਜੇ ਕੋਈ ਵੱਡੀਆਂ ਵੱਡੀਆਂ ਛਾਲਾਂ ਮਾਰਦਾ ਹੈ ਮਾਇਆ ਦੇ ਵਿੱਚ ਆਣ ਕਰਕੇ ਜਾਂ ਹੋਰ ਪਦਾਰਥਾਂ ਦੇ ਵਿੱਚ ਆਣ ਕਰਕੇ, ਪ੍ਰਮਾਤਮਾ ਨੂੰ ਅਹੰਕਾਰ ਨਹੀਂ ਪਾਉਂਦਾ। ਇੱਥੇ ਤੇ ਨੀਵਿਆਂ ਦੀ ਘਾਟ ਹੈ। ਬਸ ਨੀਵੇਂ ਜਿਹੜੇ ਨੇ, ਨੀਵਿਆਂ ਦਾ ਵਾਧਾ ਹੈ। ਨੀਵਿਆਂ ਨੇ ਆਣ ਕਰਕੇ ਉੱਚਾ ਉੱਠਣਾ ਕੀਤਾ। ਇੱਥੋਂ ਗੁਰੂ ਦਾ ਦਰ ਐਸਾ ਹੈ ਜਿੱਥੇ ਹਉਮੈ ਤੇ ਪ੍ਰਮਾਤਮਾ ਦੇ ਨਾਲ ਪ੍ਰੇਮ ਜਿਹੜਾ ਇੱਕਮਿਕ ਨਹੀਂ ਹੋ ਸਕਦਾ। ਜਿਹਦੇ ਅੰਦਰ ਹਉਮੈ ਉਹ ਪ੍ਰਮਾਤਮਾ ਦੇ ਨਾਲ ਜੁੜ ਹੀ ਨਹੀਂ ਸਕਦਾ। ਸਤਿਗੁਰੂ ਕਹਿੰਦੇ ਸਤਿਗੁਰ ਕੀ ਸੇਵਾ ਸਦਾ ਕਰ ਭਾਈ। ਸੇਵਾ ਕਰਨੀ ਹੈ ਪ੍ਰਮਾਤਮਾ ਦੀ, ਪ੍ਰਮਾਤਮਾ ਨੂੰ ਧਿਆਉਣਾ ਹੈ, ਸਿਮਰਨਾ ਹੈ, ਪਰ ਕਰਨੀ ਕਿਵੇਂ ਹੈ? ਵਿੱਚ ਹੋ ਆਪ, ਆਪਣੇ ਆਪ ਨੂੰ ਛੱਡ ਕਰਕੇ। ਜਿਹੜਾ ਤੇਰੇ ਮਨ ਦੇ ਅੰਦਰ ਮਾਣ ਹੈ, ਅਹੰਕਾਰ ਹੈ, ਉਹਨੂੰ ਆਪਣੇ ਮਨ ਦੇ ਵਿੱਚੋਂ ਕੱਢ ਕਰਕੇ ਸੇਵਾ ਕਰੇਗਾ ਨਾ ਗੁਰੂ ਦੀ, ਫਿਰ ਗੁਰੂ ਤੇਰੇ ਉੱਪਰ ਪ੍ਰਸੰਨ ਹੋਵੇਗਾ। ਫਿਰ ਮਹਾਰਾਜ ਕਹਿੰਦੇ ਗੁਰਮਤੀ ਭਾਉ ਉਪਜੈ ਭਾਈ ਭਾਉ ਕਰਨੀ ਸੱਚ ਸਾਰ। ਹੁਣ ਗੁਰੂ ਦੀ ਮੱਤ ਉੱਤੇ ਚੱਲਦਿਆਂ ਹੋਇਆਂ ਮਨੁੱਖ ਦੇ ਅੰਦਰ ਪਰਮਾਤਮਾ ਵਾਸਤੇ ਸਦਾ ਹੀ ਡਰ ਅਦਬ ਹੋਣਾ ਚਾਹੀਦਾ, ਸਦਾ ਹੀ ਪਰਮਾਤਮਾ ਦਾ ਭੈ ਹੋਣਾ ਚਾਹੀਦਾ। ਤੇ ਜਿਹਦੇ ਅੰਦਰ ਭੈ ਹੋਵੇ ਨਾ, ਉਹ ਕਦੇ ਵੀ ਗਲਤ ਕੰਮ ਸੰਸਾਰ ਦੇ ਵਿੱਚ ਚੱਲਦਿਆਂ ਨਹੀਂ ਕਰਦਾ। ਕਿਉਂਕਿ ਸਾਨੂੰ ਪ੍ਰਮਾਤਮਾ ਦਾ ਭੈ ਜਿਹੜਾ ਹੈ ਨਾ ਉਹ ਭੁੱਲ ਚੁੱਕਾ ਹੈ। ਤੇ ਜਿਨ੍ਹਾਂ ਅੰਦਰ ਭੈ ਹੈ ਨਾ, ਉਹ ਪ੍ਰਮਾਤਮਾ ਨੂੰ ਸਿਮਰਦੇ ਨੇ, ਉਸ ਦੇ ਹੁਕਮ ਨੂੰ ਵੀ ਯਾਦ ਰੱਖਦੇ ਨੇ ਮਨ ਦੇ ਅੰਦਰ। ਗੁਰਮਤੀ ਭਾਉ ਉਪਜੈ ਭਾਈ ਭਾਉ ਕਰਨੀ ਸੱਚ ਸਾਰ। ਕਿਉਂਕਿ ਥੋੜ੍ਹਾ ਬਹੁਤ ਭੈ, ਇੱਕ ਤੇ ਸਾਧ ਸੰਗਤ ਭੈ ਉਹ ਹੁੰਦਾ ਹੈ ਨਾ ਕਿ ਕੋਈ ਸਾਨੂੰ ਮਾਰ ਨਾ ਦਵੇ ਜਾਂ ਕੋਈ ਸਾਨੂੰ ਕੀ ਆਖੇਗਾ। ਇੱਕ ਭੈ ਉਹ ਹੁੰਦਾ ਪ੍ਰੇਮ ਦੇ ਵਿੱਚ ਆਣ ਕਰਕੇ ਸਤਿਕਾਰ ਕਰਨਾ। ਜਿਵੇਂ ਕੋਈ ਕਿਸੇ ਦਾ ਉਸਤਾਦ ਹੋਵੇ ਨਾ, ਤੇ ਉਹਨੂੰ ਇਹ ਭੈ ਹੁੰਦਾ ਹੈ ਕਿ ਮੈਂ ਇਹਦਾ ਸਤਿਕਾਰ ਵੀ ਕਰਨਾ। ਦੂਜਾ ਉਹਨੂੰ ਭੈ ਇਹ ਹੁੰਦਾ ਹੈ ਕਿ ਮੈਨੂੰ ਡਾਂਟੇ ਨਾ। ਦੋ ਭੈ ਹੋ ਗਏ। ਪਰ ਇੱਥੇ ਭੈ ਜਿਹੜਾ ਇੱਕ ਹੈ ਪ੍ਰੇਮ ਦਾ ਭੈ ਔਰ ਸਤਿਕਾਰ ਦਾ ਭੈ। ਸਤਿਕਾਰ ਦੇ ਵਿੱਚ ਆਣ ਕਰਕੇ, ਸਤਿਕਾਰ ਕਰਕੇ, ਭੈ ਦੇ ਵਿੱਚ ਰਹਿ ਕਰਕੇ ਉਸ ਪਰਮਾਤਮਾ ਨੂੰ ਪੂਜਣਾ, ਅਦਬ ਕਰਨਾ, ਭਾਵ ਆਪਣੇ ਹਿਰਦੇ ਅੰਦਰ ਬੇਉੱਤਮ ਵਿਸ਼ਵਾਸ ਜਿਹੜਾ ਰੱਖਣਾ, ਇਹ ਪਰਮਾਤਮਾ ਦਾ ਭੈ ਹੈ। ਇਹ ਪਰਮਾਤਮਾ ਦਾ ਪ੍ਰੇਮ ਦਾ ਭੈ ਹੈ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਪ੍ਰੇਮ ਦਾ ਭੈ ਹੈ ਨਾ ਉਪਜਿਆ ਹੈ, ਭਾਉ ਕਰਨੀ ਸੱਚ ਸਾਰ। ਸਤਿਗੁਰੂ ਕਹਿੰਦੇ ਉਹੀ ਜਿਹੜਾ ਇਹ ਕੰਮ ਸਦਾ ਥਿਰ ਰਹਿਣ ਵਾਲਾ ਹੈ, ਜਾਂ ਉਹੀ ਇਹ ਸੰਸਾਰ ਦਾ ਅਸਲੀ ਕਾਰਜ ਕਰਨ ਵਾਲਾ ਹੈ। ਇਹੀ ਕੰਮ ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਜਿਹੜਾ ਪ੍ਰਮਾਤਮਾ ਦਾ ਭੈ ਰੱਖ ਲੈਣਾ। ਅੱਗੇ ਮਹਾਰਾਜ ਕਿਰਪਾ ਕਰਦੇ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ। ਹੁਣ ਪ੍ਰੇਮ ਦਾ ਪਦਾਰਥ ਕਿਹੜਾ? ਇਹ ਜਿਹੜਾ ਡਰ ਅਦਬ ਦੀ ਬਰਕਤ ਦੇ ਨਾਲ ਹੁਣ ਪਰਮਾਤਮਾ ਦੇ ਪ੍ਰੇਮ ਦਾ ਕੀਮਤੀ ਧਨ ਜਿਹੜਾ ਹੈ ਨਾ ਉਹ ਲੱਭ ਪੈਂਦਾ।
क्योंकि कईयां ने बड़े वेद शास्त्र पढ़े, वेद कुरान कतेब कुरान हसेब थके कर हाथ ना आए। वेद ग्रंथ पढ़ लए, कुराना पढ़ लईਆਂ, पर ਉਹ परमात्मा हथ दे विच थोड़ी आया है। वेद पुराण कतेब कुरान हसेब थके कर हाथ ना आए। पूरन प्रेम प्रभाव बिना पत स्यों किन श्री पद्मापत पाए। दसो किन्ने परमात्मा नूं प्रेम तो रहत पाउणा कीता है। जिन्हें भी पाया है उन्हें प्रेम दे नाल ही पाउणा कीता है। साच कहो सुन लेहो सबै जिन प्रेम कीओ तिन ही प्रभ पायो। उन्होंने प्रेम दियां गंढां नूं बंद करके परमात्मा दे नाल अपना प्यार जोड़िया, सुरत जोड़ी है। सतगुरु अगे कृपा कर दे, जो सतगुरु सेवै अपना भाई तिन कै हों लागो पाए। हुण जिहड़े जीव अपने परमात्मा नूं सिमरदे ने ना, ते सतगुरु कहंदे मैं उन्हां दे पैरी लगदा, उन्हां दी चरण धूड़ मंगदा। सानू मंगनी चाहिदी है, लोचनी चाहिदी है। जेड़े गुरसिख दिन रात साह साह सिमरो गोबिंद, उस परमात्मा नूं सिमरदे ने, उहदी वडियाई शोभा करदे ने ना, सतगुरु कहंदे उन्हां दी चरण धूड़ी जिहड़ी है ना सानू मंगनी चाहिदी है। जन्म सवारी अपना भाई कुल पी लई बख्शाए। फिर इस तरह की होवेगा कि जिहड़ा साडा जीवन है ना वो सोहना बन जांदा है, ते अपने सारे खानदान वास्ते असी धन इकट्ठा कर लैने। ते वो धन किहड़ा? नाम दा धन, जिहड़ा साडे धीआं पुत्रां नूं वंडिया जावेगा। ते जिन्हें ये धन इकट्ठा कीता है ना वो सदा सुखी रहिंदे, भावें माया कोल नहीं, भावें अनेकां पदार्थ कोल नहीं। पर जिन्हां को नाम दा धन नहीं, होर कनेरी माया है, ते कई वारी उत्थे भी साध संगत जी सुख नहीं हुंदा। माया दे नाल इकल्ला सुख नहीं ना, नाल दी नाल परमात्मा दा नाम धन भी हिरदे दे विच होना चाहिदा कि जिथे लोड़ पवे उत्थे असी वरत लईए। इस करके महाराज कहंदे जन्म सवारी अपना भाई, अपना भी तेरा जन्म सवर जावेगा, परमात्मा दा नाम जपेगा ते कुल भी लई बख्शाए। तेरी कुल तेरे आउण वाली पीढ़ी जिहड़ी है ना वो भी बख्शी जावेगी, वो भी तर जावेगी, वो भी उहदी सुरत भी नाम दे नाल जुड़ जावेगी। अखेलियां पंक्तियां दे विच सतगुरु कृपा कर दे। सच बाणी सच शब्द है भाई गुर कृपा ते होए। ये जिहड़ी सच्ची बाणी है ना, सच शब्द गुरु दा सच्चा हुक्म है, ये गुरु की कृपा द्वारा साडे हिरदे अंदर वस सकदा है। गुर कृपा ते होए, जिन्हां अंदर कृपा उन्हां अंदर ये शब्द जिहड़ा वो वस जांदा है। क्योंकि गुरु दी प्रेम भावना जेकर जिहड़ा रखदा है ना, प्रेम दे विच आण करके गुरु नूं दर्शनां दी तांघ रखदा है, ते उन्हां दे उपर ये कृपा हुंदी। सतगुरु कहंदे सच्ची बाणी ते सच शब्द भाव गुरु दा हुक्म टिक जांदा है। ते गुर कृपा ते होए ते फिर सतगुरु जी अखीर दे विच की कहंदे, नानक नाम हर मन वसै भाई तिस बिगड़ न लागै कोए। अखीरली पंक्ति दे विच कृपा कर दिती कि जिन्हां दे हिरदे अंदर परमात्मा दा नाम वस गया ना, हिरदे अंदर परमात्मा दा नाम टिक गया है। सतगुरु कहंदे तिस बिगड़ न लागै कोए। उन्हां नूं कोई भी बिगड़, उन्हां नूं कोई भी विकार जिहड़ा वो नहीं लगदा। वो गुरु की हजूरी दे विच चंगे हो जाते ने, बख्शे जाते ने। उन्हां निगुणियां नूं वो सतगुरु बख्श लैंदा है। आप अपनी कृपा दे राही, रहमत दे राही सतगुरु जी कृपा करन। शब्द लंबेरा सी, सो संखेप विचार साडे हिरदियां दे अंदर वस जावे। जितनियां कि विचारां आपां हर रोज़ करते हैं ना, इतनी को कोशिश करया करिए कि थोड़े तो थोड़ा, बहुते तो बहुता जिहड़ा एक दो शब्द जिहड़े ने वो साडे हिरदे अंदर जरूर वसन, जरूर घर करन, ते थोड़ी बहुत साडी बिरती जिहड़ी है ना वो उच्ची होवे। इस संसार दे विच चलदियां होइयां दुख सुख बंदे नूं आउंदे ने, दुख सुख भोगदियां होइयां संसार दे विच हो जांदा है। पर दुख ते सुख इवें बन जावे, एक समान हो जावे, एक बराबर हो जावे। जिवें मैं भाई गुरदास जियां दी थोड़ी जी वार लै करके समाप्ति करां।
ਭਾਈ ਗੁਰਦਾਸ ਜੀ ਕਹਿੰਦੇ ਕਿ ਸਿੱਖ ਨੂੰ ਦੁੱਖ ਆਉਂਦਾ ਹੈ, ਪ੍ਰਮਾਤਮਾ ਦੁੱਖ ਤਾਂ ਦਿੰਦਾ ਹੈ ਕਿ ਸਿੱਖ ਜਿਹੜਾ ਸਿੱਧੇ ਰਾਹ ਦੇ ਉੱਪਰ ਚੱਲੇ। ਦੁੱਖ ਵੀ ਜੀਵਨ ਸੁੱਖ ਦੇ ਵਾਸਤੇ ਆਉਂਦਾ ਹੈ। ਤੈਨੂੰ ਦੁੱਖ ਮਿਲਿਆ ਹੈ ਨਾ, ਉਹ ਤਾਂ ਮਿਲਿਆ ਹੈ ਕਿ ਤੂੰ ਸੁੱਖ ਦੇ ਰਾਹ ਦੇ ਉੱਪਰ ਚੱਲੇ, ਤੈਨੂੰ ਸੁੱਖ ਪ੍ਰਾਪਤ ਹੋਵੇ। 3 ਉਦਾਹਰਨਾਂ ਲਈਆਂ ਭਾਈ ਗੁਰਦਾਸ ਜੀ ਨੇ। ਪਹਿਲੀ ਉਦਾਹਰਨ ਲਈ ਕਿ ਜਿਵੇਂ ਜਿਹੜਾ ਧੋਬੀ ਹੈ ਨਾ, ਕੱਪੜੇ ਧੋਂਦਾ ਹੈ, ਕੱਪੜੇ ਗੰਦੇ ਨੇ ਉਹਨਾਂ ਨੂੰ ਸਾਫ਼ ਕਰ ਦਿੰਦਾ ਹੈ, ਕੁੱਟ-ਕੁੱਟ ਕਰਕੇ ਸਾਫ਼ ਕਰ ਦਿੰਦਾ ਹੈ। ਸੁਨਿਆਰਾ ਜਿਹੜਾ ਹੈ ਉਹ ਸੋਨੇ ਦੇ ਵਿੱਚੋਂ ਗਾਰ ਕੱਢ ਦਿੰਦਾ ਹੈ, ਸੋਨੇ ਨੂੰ ਸਾਫ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਨੇ, ਇਹਨਾਂ ਦੇ ਵਿੱਚ ਜਿਹੜੇ ਵਿਕਾਰ ਨੇ ਨਾ, ਗੁਰੂ ਦੁੱਖ ਦੇ ਕਰਕੇ ਇਹਨਾਂ ਦੇ ਵਿਕਾਰ ਜਿਹੜੇ ਖਤਮ ਕਰ ਦਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਧੋਬੀ ਸਾਬਣ ਲਗਾਏ ਪੀਟੈ ਪਾਥਰ ਸੇ, ਨਿਰਮਲ ਕਰਤ ਹੈ ਬਸਨ ਮਲੀਨ ਕਉ, ਤੈਸੇ ਤੋ ਸੁਨਿਆਰ ਬਾਰੰਬਾਰ ਗਾਰ ਗਾਰ ਢਾਰ, ਕਰਤ ਅਸੁੱਧ ਸੁੱਧ ਕੰਚਨ ਕੁਲੀਨ ਕਉ। ਫਿਰ ਗੱਲ ਕੀਤੀ ਹਵਾ ਦੀ, ਜਿਹੜੀ ਚੰਦਨ ਦੀ ਹਵਾ। ਜੈਸੇ ਤੋ ਪਵਨ ਚੱਕ ਝੋਰਤ ਬਿਰਖ ਮਿਲ, ਮਾਲੇ ਗੰਧ ਕਰਤ ਹੈ ਚੰਦਨ ਪ੍ਰਬੀਨ ਕਉ। ਫਿਰ ਅਖੀਰ ਦੇ ਵਿੱਚ ਸਤਿਗੁਰ ਕਹਿੰਦੇ ਤੈਸੇ ਗੁਰ ਸਿੱਖ ਕਉ ਦਿਖਾਏ ਕੈ ਬ੍ਰਿਥਾ ਅਨੇਕ, ਮਾਇਆ ਮਲ ਕਾਟ ਕਰੈ ਨਿਜ ਪਦ ਚੀਨ ਕਉ। ਗੁਰੂ ਮਾਇਆ ਦੇ ਬੰਧਨਾਂ ਤੋਂ ਛੁਟਕਾ ਦਿੰਦਾ ਹੈ ਗੁਰਸਿੱਖ ਨੂੰ, ਤੇ ਉਹ ਪਰਮ ਪਦਵੀ ਜਿਹੜੀ ਹੈ ਨਾ, ਉਹ ਬਖਸ਼ ਦਿੰਦਾ ਹੈ, ਜਿਹੜੀ ਹੋਰ ਕਿਤੇੋਂ ਪ੍ਰਾਪਤ ਨਹੀਂ ਹੁੰਦੀ, ਗੁਰੂ ਦੇ ਘਰ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਦੇ ਸਦ ਬਲਹਾਰੀ ਤਿੰਨਾਂ, ਜੇ ਸੁਣਤੇ ਹਰ ਕਥਾ ਪੂਰੇ ਤੇ ਨਿਵਾਵਹਿ ਪ੍ਰਭ ਮਥਾ, ਹਰ ਜਸ ਲਿਖਹਿ ਬੇਅੰਤ ਸੋ ਹੈ ਸੇ ਹੱਥਾ, ਚਰਨ ਪਵਿੱਤਰ ਪੁਨੀਤ ਚਾਲੇ ਪ੍ਰਭ ਪਥਾ। ਵਡ ਭਾਗੇ ਹੋ ਸਤਿਗੁਰੂ ਕਿਰਪਾ ਕਰਕੇ ਰਹਿਮਤ ਕਰਕੇ ਆਪਣੀਆਂ ਵਡਿਆਈਆਂ ਇਸੇ ਤਰ੍ਹਾਂ ਕਰਵਾਉਂਦੇ ਰਹਿਣ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ, ਅਣਜਾਣ ਬੱਚੇ ਹਾਂ। ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਬਖਸ਼ਿਸ਼ ਕਰਿਓ, ਰਹਿਮਤ ਕਰਿਓ, ਬਖਸ਼ ਲੈਣਾ। ਅਗਾਂਹ ਵਾਸਤੇ ਸਤਿਗੁਰੂ ਜੀ ਆਪ ਕਿਰਪਾ ਰਹਿਮਤ ਕਰਕੇ ਆਪਣੀ ਵਡਿਆਈ ਸੋਭਾ ਕਰਵਾਉਂਦੇ ਰਹਿਣ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਸਰਬੱਤ ਸੰਗਤ ਨੂੰ ਬਖਸ਼ਣ ਯੋਗ ਹੋ ਬਖਸ਼ ਲੈਣਾ। ਸਤਿਗੁਰੂ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਸਿਮਰਨ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪ੍ਰੇਮ ਦੇ ਘਰ ਦੇ ਵਿੱਚ ਆਣ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।